ਆ ਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦੱਸ ਮੇਰੇ ਆ ਦਿਲ ਬਰਾ। ਜਨਾਬ, ਜਦੋਂ ਇਹ ਸਵਾਲ ਅਸੀਂ ਕਿਸੇ ਨੂੰ ਪੁੱਛਦੇ ਆ ਨਾ ਕਿ ਤੂੰ ਕਿਹੜੇ ਅਰਸ਼ ਦਾ ਤਾਰਾ ਹੈ, ਇਸ ਤੋਂ ਪਹਿਲੇ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਇਨਸਾਨ ਅਰਸ਼ ਤੱਕ ਪਹੁੰਚਿਆ ਕਿਵੇਂ। ਦਿਲ ਸਾਡਾ ਪੰਜਾਬੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹੈ ਐਸੀਆਂ ਹੀ ਕਹਾਣੀਆਂ, ਜਿਹਨੂੰ ਪੇਸ਼ ਕਰੇਗੀ ਤੁਹਾਡੀ ਹੋਸਟ ਤੇ ਦੋਸਤ ਮੈਂ ਮੀਨੂ ਸ਼ਰਮਾ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰਨ ਜਾ ਰਹੇ ਹਾਂ ਬਹੁਤ ਉੱਘੇ ਗਾਇਕ ਨੇ ਉਹ, ਤੇ ਬਹੁਤ ਵਧੀਆ ਲਿਖਦੇ ਨੇ ਤੇ ਬਹੁਤ ਚੰਗੇ ਬੁਲਾਰੇ ਨੇ, ਤੇ ਨਾਮ ਉਹਨਾਂ ਦਾ ਹੈ, ਆਓ ਤੁਹਾਨੂੰ ਦੱਸਦੇ ਹਾਂ, ਜਸਵੰਤ ਸੰਦੀਲਾ ਜੀ। ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਦਿਲ ਸਾਡਾ ਪੰਜਾਬੀ ਦੇਖ ਰਹੇ ਪ੍ਰੋਗਰਾਮ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਸਵੰਤ ਸੰਦੀਲਾ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਸ਼ਾਮਿਲ ਹੋਏ ਹੋ। ਮੈਨੂੰ ਬੜਾ ਮਾਣ ਹਾਸਲ ਹੋਇਆ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ। ਵੈਸੇ ਤੁਸੀਂ ਬੜੇ ਗਾਇਕਾਂ ਦੇ ਨਾਲ ਸਾਥ ਮਾਣਿਆ ਹੈ, ਉਹਨਾਂ ਦੇ ਸਾਥ ਨੂੰ ਨਿਭਾਇਆ ਵੀ ਹੈਗਾ। ਸਾਨੂੰ ਇਹ ਦੱਸੋ, ਇੱਕ ਨੌਜਵਾਨ ਜੋ MA ਇਕਨੋਮਿਕਸ ਕਰ ਰਿਹਾ ਸੀ, ਕਿਵੇਂ ਲਿਖਣ ਵੱਲ ਤੁਰ ਪਿਆ? ਐਕਚੁਅਲੀ ਜੀ ਇਹ ਪੜ੍ਹਾਈ ਤੇ ਕਲਾ ਇਹ ਦੋ ਵੱਖਰੀ ਚੀਜ਼ਾਂ ਨੇ। ਪੜ੍ਹਦੇ ਤਾਂ ਬਹੁਤ ਲੋਕ ਨੇ, ਸਾਰੀ ਦੁਨੀਆ ਪੜ੍ਹਦੀ ਹੈ, ਪਰ ਕਲਾਕਾਰ ਕਿਤੇ ਕਿਤੇ ਪੈਦਾ ਹੁੰਦੇ ਨੇ। ਇਹ ਉਹ ਬਖਸ਼ਿਸ਼ ਹੁੰਦੀ ਪਰਮਾਤਮਾ ਦੀ, ਤੇ ਉਹ ਜਿਹੜਾ ਵੀ ਕੋਈ ਕਲਾਕਾਰ ਹੈ ਉਹਨੂੰ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਉਹਨੇ ਇੱਕ ਵੱਖਰੀ ਨਿਆਮਤ ਨਾਲ ਉਹਨੂੰ ਨਵਾਜਿਆ। ਬਿਲਕੁਲ ਸਹੀ। ਅਗਰ ਮੇਰੇ 'ਚ ਇਹ ਗੁਣ ਨਾ ਹੁੰਦਾ ਤੇ ਨਾ ਤੁਸੀਂ ਮੈਨੂੰ ਬੁਲਾਉਂਦੇ, ਨਾ ਕਿੱਟੂ ਜੀ ਦੇ ਦਰਸ਼ਨ ਹੁੰਦੇ, ਨਾ ਮੇਰੇ ਅੱਗੇ ਕਾਲੇ ਬੰਦੇ ਨੂੰ ਕੋਈ ਪੁੱਛਦਾ। ਇਹ ਸਿਰਫ ਉਹ ਇਹ ਕਲਾ ਦੀ ਕਰਕੇ, ਉਹਦੀ ਕਿਰਪਾ ਕਰਕੇ ਸਭ ਕੁਝ ਹੋਇਆ। ਤੇ ਕਿਉਂਕਿ ਇਹ ਟੈਲੈਂਟ ਹੁੰਦਾ ਵੱਖਰਾ, ਗਾਉਣਾ ਲਿਖਣਾ। ਕਈ ਲੋਕ ਲਿਖਦੇ ਨੇ, ਉਹ ਗਾਉਂਦੇ ਨਹੀਂ ਗੇ, ਕਿਉਂਕਿ ਗਾਉਂਦਾ ਉਹ ਜਿਹਦੇ ਕੋਲ ਪਰਮਾਤਮਾ ਆਵਾਜ਼ ਦਿੰਦਾ, ਲਿਖਦਾ ਉਹ ਅੱਜ ਨੂੰ ਪਰਮਾਤਮਾ ਲਿਖਣ ਦਾ ਹੁਨਰ ਦਿੰਦਾ। ਤੇ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਮੈਨੂੰ ਗੁਜ਼ਾਰੇ ਜੋਗੇ ਦੋਵੇਂ ਦਿੱਤੇ ਉਹਨਾਂ ਨੇ। ਹਾਂ, ਤੀਸਰਾ ਇੱਕ ਹੋਰ ਕਿ ਤੁਸੀਂ ਭੰਗੜਾ ਪਾ ਕੇ ਪਰਫਾਰਮ ਕਰਦੇ ਹੁੰਦੇ ਸੀ, ਯਾਦ ਹੈ ਉਹ ਗੱਲਾਂ? ਹਾਂਜੀ, ਮੈਨੂੰ ਪੱਕਾ ਯਾਦ, ਕਿਉਂਕਿ ਮੈਂ ਸ਼ੁਰੂਆਤ ਮੇਰੀ ਉੱਥੋਂ ਹੋਈ। ਮੈਂ ਕਾਲਜ ਦੇ ਤੋਂ ਟੀਮ ਜਿਹੜੀ ਹੁੰਦੀ ਸੀ, ਉਹ ਕਾਲਜ ਟੀਮ ਦੇ ਪਿੱਛੇ ਇੱਕ ਪਲੇਬੈਕ ਸਿੰਗਰ ਗਾਉਂਦਾ ਹੁੰਦਾ। ਹਾਂਜੀ। ਉਹ ਜਿਹੜਾ ਕਾਲਜ ਦਾ ਮੁੰਡਾ ਕੋਈ ਹੁੰਦਾ ਸੀ, ਉਹਨੂੰ ਗਾਉਣ ਲਾਉਂਦੇ ਸੀ, ਤੇ ਉਹਦੇ ਵਿੱਚ ਕਈ ਗਾਉਣ ਵਾਲੇ ਹੁੰਦੇ ਨੇ, ਫਿਰ ਉਹ ਪਾਰਟੀਸਪੇਟ ਕਰਦੇ ਨੇ। ਫਿਰ ਜਿਹਦਾ ਦਾ ਲੱਗ ਜਾਂਦਾ ਉਹ ਫਿਰ ਪਲੇਬੈਕ ਸਿੰਗਰ ਬਣ ਜਾਂਦਾ। ਮੇਰਾ ਸਰਕਲ ਬਹੁਤ ਸੀ, ਮੇਰੇ ਦੋਸਤ ਬਹੁਤ ਸੀ। ਤੇ ਜਦੋਂ ਮੈਂ ਖਾਲਸਾ ਕਾਲਜ ਸੀ, ਉਦੋਂ ਗੁਰਭਜਨ ਗਿੱਲ ਹੋਣੀ, ਸ਼ਮਸ਼ੇਰ ਸੰਧੂ ਹੋਣੀ, ਦਰਸ਼ਨ ਵਿਰਕ ਹੋਣੀ, ਪ੍ਰੇਮ ਸਾਡੇ ਬਰਵਾਲਾ, ਭਾਗ ਕਨੇਚਵੀ, ਬਹੁਤ ਸਾਰੇ ਦੋਸਤ ਸੀ ਮੇਰੇ। ਉਹਨਾਂ ਨੇ ਮੈਨੂੰ ਕਈਆਂ ਨੂੰ ਛੱਡ ਕੇ, ਜਾਣੀ ਮੈਂ ਹੋ ਸਕਦਾ ਉਹ ਡਿਜ਼ਰਵ ਨਾ ਵੀ ਕਰਦਾ ਵਾਂ, ਕਿਉਂਕਿ ਕਾਲਜ ਇਹ ਕੰਮ ਹੁੰਦੇ ਆ, ਤੇ ਮੈਨੂੰ ਗਾਉਣ ਲਾਤਾ। ਤੇ ਉਹ ਫਿਰ ਐਸੀ ਸਪੀਡ ਫੜੀ, ਫਿਰ ਮੈਂ ਉਹ ਕਾਲਜ ਪਹਿਲਾਂ ਪਲੇਬੈਕ ਨਹੀਂ ਛੱਡਿਆ। ਫਿਰ ਮੈਂ ਜੋ ਗਵਰਨਮੈਂਟ ਕਾਲਜ ਗਿਆ, ਫਿਰ ਮੈਂ ਧੱਕੇ ਨਾਲ ਟੀਮ 'ਚ ਵੜ ਗਿਆ ਜੀ। ਵਾਹ ਜੀ ਵਾਹ। ਅੱਛਾ, ਮੇਰੇ ਕਈ ਵਾਰੀ ਦੋਸਤ ਇਹ ਹੱਸਦੇ ਹੁੰਦੇ ਸੀ, ਕਹਿੰਦੇ ਤੂੰ ਧੱਕਾ ਕਰ ਰਿਹਾ। ਮੈਂ ਕਿਹਾ ਚੁੱਪ ਕਰ ਜੋ ਹੋ ਰਿਹਾ, ਬਰਦਾਸ਼ਤ ਕਰੋ। ਤੇ ਉਹ ਚੱਲ ਗਿਆ ਜੀ। ਚਲੋ ਠੀਕ ਹੈ, ਤੁਸੀਂ ਉੱਥੇ ਤੱਕ ਪਹੁੰਚੇ ਤੇ ਤੁਹਾਨੂੰ ਸੁਣਨ ਦਾ ਮੌਕਾ ਮਿਲਿਆ, ਤੇ ਤੁਹਾਡੇ ਗੀਤਾਂ ਨੂੰ ਵੀ ਸਰਾਹਾਇਆ ਲੋਕਾਂ ਨੇ। ਇੱਕ ਗੀਤ ਸੀਗਾ, ਜਦੋਂ ਨਿਕਲੇ ਤੂੰ ਬਣ ਠਣ ਕੇ, ਤਾਂ ਅੱਗ ਕਾਲਜੇ ਲਾਉਂਦੀ ਹੈ, ਨਹੀਂ ਉਹ ਬਾਸਮਤੀ ਦੇ ਚੋਲਾ ਵਰਗੀ ਖੁਸ਼ਬੂ ਆਉਂਦੀ ਹੈ। ਅੱਗ ਬਾਅਦ ਚ ਲੱਗੀ, ਪਹਿਲਾਂ ਬਹੁਤ ਚਿਰ ਧੁਖਦੀ ਰਹੀ ਜੀ ਅੱਗ। ਕਿਉਂਕਿ ਮੈਂ ਉਦੋਂ ਗੀਤਕਾਰ ਬਣਨਾ ਬਹੁਤ ਵੱਡੀ ਗੱਲ ਹੁੰਦੀ, ਕਿਉਂਕਿ ਇੱਕੋ ਕੰਪਨੀ ਹੁੰਦੀ ਹੈ ਮਾਸ ਟਵਾਈਸ, ਦਿੱਲੀ ਰਿਕਾਰਡਿੰਗ ਹੁੰਦੀ ਸੀ। ਤੇ ਉਹ ਤੋਂ ਜਿਹੜੇ ਪੰਜਾਬ ਦੇ 5-7 ਕਲਾਕਾਰ ਸੀ, ਹੁਣ ਤਾਂ ਹਜ਼ਾਰਾਂ ਕਲਾਕਾਰ ਨੇ, ਉਹ ਨੋਨ ਕਲਾਕਾਰ ਸੀ। ਉਹ ਜਿਹੜੇ ਕਲਾਕਾਰ ਦੀ ਰਿਕਾਰਡਿੰਗ ਹੁੰਦੀ ਸੀ, ਉਹਦਾ ਇੱਕ ਪਰਮਾਨੈਂਟ ਗੀਤਕਾਰ ਹੁੰਦਾ ਸੀ। ਜਿਵੇਂ ਸਦੀਕ ਸਾਹਿਬ ਦੀ ਰਿਕਾਰਡਿੰਗ ਹੈ ਤੇ ਬਾਬੂ ਸਿੰਘ ਮਾਨ ਜਾ ਰਿਹਾ, ਅੱਛਾ ਜੀ, ਮਾਨਕ ਸਾਹਿਬ ਦੀ ਰਿਕਾਰਡਿੰਗ ਹੈ ਦੇਵ ਤਰੀਕੇ ਵਾਲਾ ਜਾ ਰਿਹਾ, ਜਾਂ ਕੋਈ ਹੋਰ, ਉਹਦਾ ਪੱਕਾ ਗੀਤਕਾਰ, ਨਵੇਂ ਗੀਤਕਾਰ ਦਾ ਉੱਥੇ ਐਂਟਰ ਹੋਣਾ, ਦਿੱਲੀ ਜਾ ਕੇ ਗੀਤ ਕਰਾਉਣਾ ਬਹੁਤ ਵੱਡੀ ਗੱਲ ਸੀ। ਸਭ ਤੋਂ ਪਹਿਲਾਂ ਤਾਂ ਜਦੋਂ ਕਿਸੇ ਗੀਤਕਾਰ ਗਾਇਕ ਨੂੰ ਡੇਟ ਮਿਲ ਜਾਂਦੀ ਸੀ ਵੀ ਉਹਦੀ ਰਿਕਾਰਡਿੰਗ ਹੋ ਰਹੀ ਆ ਦਿੱਲੀ, ਤੇ ਉਹਨੂੰ ਐਂ ਲੱਗਦਾ ਜਿਵੇਂ ਉਹਦਾ ਅਮਰੀਕਾ ਦਾ ਵੀਜ਼ਾ ਆ ਗਿਆ ਹੁੰਦਾ। ਸਾਰੇ ਪੰਜਾਬ 'ਚ ਰੌਲਾ ਪੈਂਦਾ ਫਲਾਣੇ ਆਰਟਿਸਟ ਦੀ ਰਿਕਾਰਡਿੰਗ ਹੋ ਰਹੀ ਆ, ਤੇ ਗੀਤਕਾਰ ਆਪਣੀਆਂ ਕਾਪੀਆਂ ਲੈ ਕੇ ਉੱਥੇ ਜਾਣ ਸ਼ੁਰੂ ਕਰ ਦਿੰਦੇ ਸੀ। ਅੱਛਾ ਜੀ। ਮੇਰੀ ਗੁੱਡ ਲੱਕ ਇਹ ਆ ਵੀ ਮੈਂ ਲੁਧਿਆਣੇ ਪੜ੍ਹਦਾ ਸੀ, ਕਿਤੇ ਦੂਰ ਹੁੰਦਾ, ਫਿਰ ਮੈਂ ਆ ਨਹੀਂ ਸਕਦਾ। ਜਦੋਂ ਮੈਂ ਕਾਲਜ ਵਿਹਲਾ ਹੋ ਜਾਂਦਾ ਸੀ, ਫਿਰ ਮੈਂ ਬੱਸ ਸਟੈਂਡ ਦੇ ਆਲੇ ਦੁਆਲੇ ਜਿਹੜਾ ਦਫ਼ਤਰ ਸੀ, ਉਹਨਾਂ ਦੇ ਗੇੜੇ ਲਾਉਣੇ ਸ਼ੁਰੂ ਕਰ ਦਿੰਦਾ ਸੀ ਕਾਪੀ ਲੈ ਕੇ। ਪਰ ਮੇਰਾ ਸੁਣਦਾ ਗੀਤ ਕੋਈ ਨਹੀਂ ਸੀ, ਬਾਹਰ ਦੇ ਬਾਹਰ ਮੋੜ ਦਿੰਦੇ ਸੀ। ਇੱਕ ਮੈਨੂੰ ਜੋ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਸੁਣਾਉਣਾ। ਇੱਕ ਮੇਰਾ ਦੋਸਤ ਹੈ ਰਵੀ ਗਰੇਵਾਲ, ਅੱਜ ਕੱਲ੍ਹ ਅਮਰੀਕਾ ਬਹੁਤ ਵੱਡਾ ਬਿਜ਼ਨਸਮੈਨ ਆ। ਉਹ ਮੇਰੇ ਨਾਲ ਹੁੰਦਾ ਸੀ ਕਈ ਵਾਰੀ, ਉਹ ਯੂਨੀਵਰਸਿਟੀ ਪੜ੍ਹਦਾ ਸੀ, ਤੇ ਉਹਦੇ ਕੋਲ ਰਾਇਲ ਫੀਲਡ ਮੋਟਰਸਾਈਕਲ ਉਹਨੇ ਲਿਆ, ਤੇ ਮੈਂ ਸਾਈਕਲ 'ਤੇ ਜਾਂਦਾ ਸੀ। ਜਦੋਂ ਸਾਈਕਲ ਜਾਂਦਾ ਤੇ ਮੇਰਾ ਕੋਈ ਗੀਤ ਸੁਣਦਾ ਨਹੀਂ ਸੀ। ਫਿਰ ਮੇਰੇ ਦਿਮਾਗ 'ਚ ਆਇਆ ਵੀ ਸ਼ਾਇਦ ਮੋਟਰਸਾਈਕਲ ਸੁਣ ਕੇ ਗੀਤ ਕੋਈ ਸੁਣ ਲਵੇ। ਮੈਂ ਉਹਨੂੰ ਕਿਹਾ ਵੀ ਮੇਰੇ ਨਾਲ ਰਵੀ, ਮੇਰੇ ਨਾਲ ਕਲਾਕਾਰਾਂ ਦੇ ਘਰ ਚੱਲਿਆ ਕਰ, ਤੇ ਮੈਂ ਗੀਤ ਸੁਣੇ। ਉਹ ਕਹਿੰਦਾ ਵੀ ਮੈਂ ਤੇਰੇ ਨਾਲ ਜਾ ਸਕਦਾ, ਨਾ ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ, ਨਾ ਮੈਂ ਕਿਸੇ ਨੂੰ ਬੁਲਾਉਣਾ। ਅੱਛਾ ਜੀ। ਮੈਂ ਕਿਹਾ ਵੀ ਇਹ ਤਾਂ ਮੇਰੀ ਲੋੜ ਆ, ਮੈਂ ਆ, ਵੀ ਤੈਨੂੰ ਤਾਂ ਲੋੜ ਹੈ ਨਹੀਂ ਗੀ। ਸਭ ਤੋਂ ਪਹਿਲਾਂ ਅਸੀਂ ਨਰਿੰਦਰ ਬੀਬਾ ਜੀ ਕੋਠੀ ਗਏ, ਬੱਸ ਸਟੈਂਡ ਦੇ ਨਾਲ ਉਹਨਾਂ ਦੀ ਕੋਠੀ ਹੁੰਦੀ ਸੀ, ਉਹਨਾਂ ਦੇ ਬਹੁਤ ਰਸ਼ ਹੁੰਦਾ ਸੀ।
ਬੀਬਾ ਜੀ ਉਦੋਂ ਸਭ ਤੋਂ ਪੰਜਾਬ ਦੇ ਸੁਪਰਸਟਾਰ ਸੀ। ਜਦੋਂ ਮੈਂ ਗਿਆ ਅੰਦਰ ਤੇ ਮੈਨੂੰ ਬਰਾਂਗੀ ਉਹਨਾਂ ਨੇ ਮੋੜਤਾ ਉੱਥੋਂ, ਉਹਨੇ ਦੇਖ ਲਿਆ ਵੀ ਵਾਪਸ ਉਸੇ ਭਾਅ ਮੋੜ ਗਿਆ ਤੇ ਮੇਰੇ ਆਉਂਦੇ ਉਹਨੇ ਕਿੱਕ ਮਾਰੀ ਮੋਟਰਸਾਈਕਲ ਦੀ, ਮੈਨੂੰ ਹੱਥ ਪੁੱਛਿਆ ਕਿੱਧਰੋਂ ਇਸ਼ਾਰੇ ਨਾਲ, ਮੈਂ ਕਿਹਾ ਸੁਰਲਤਾ ਦੀ ਕੋਠੀ ਲੈ ਜਾ। ਮੈਂ ਉੱਥੇ ਚਲੇ ਗਿਆ, ਉੱਥੋਂ ਵੀ ਉੱਦਾਂ ਹੀ ਮੈਂ ਮੁੜਿਆ। ਫਿਰ ਮੈਨੂੰ ਕਹਿੰਦਾ ਕਿੱਧਰੋਂ, ਨੇ ਕਹਿੰਦਾ ਗੁਰਚਰਨ ਪੋਲੀ ਦੀ ਬੜੀ ਮਾਰਕੀਟ ਹੁੰਦੀ ਸੀ, ਮੈਂ ਪੋਲੀ ਸਾਹਿਬ ਤੇ ਚਲੇ ਗਿਆ, ਪੋਲੀ ਨੇ ਵੀ ਨਹੀਂ ਮੇਰੀ ਗੱਲ ਸੁਣੀ। ਫਿਰ ਹਰਚਰਨ ਗਰੇਵਾਲ ਦੇ ਚਲੇ ਗਿਆ, ਫਿਰ ਹੋਰ ਬਹੁਤ ਸਾਰੇ ਕਲਾਕਾਰਾਂ ਪਾਸ ਸਿਖਰ ਦੁਪਹਿਰਾ ਸੀ। ਤੇ ਜਦੋਂ ਅੱਕ ਕੇ ਮੈਂ ਕਿਹਾ ਵੀ ਰਵੀ ਹੁਣ ਪਿੰਡ ਨੂੰ ਚੱਲੀਏ, ਵੀ ਹੁਣ ਨਹੀਂ। ਉਹਨੇ ਮੋਟਰਸਾਈਕਲ ਦਾ ਸਟੈਂਡ ਲਾ ਲਿਆ ਤੇ ਖੜ ਗਿਆ, ਮੈਨੂੰ ਕਹਿੰਦਾ ਤੂੰ ਜਿੱਥੇ ਲੈ ਜਾਣਾ ਮੈਨੂੰ ਹੋਰ ਲੈ ਜਾ, ਜਿਹੜੀ ਬੇਇੱਜ਼ਤੀ ਕਰਾਉਣੀ ਕਰਾ ਲਾ, ਮੇਰਾ ਜੇ ਮਨ ਨਹੀਂ ਭਰਿਆ। ਮੈਂ ਕਿਹਾ ਭਰਾ ਮੈਂ ਬਹੁਤ ਦੁਖੀ, ਕਹਿੰਦਾ ਮੈਂ ਸਾਲੇ ਵਿਆਹ 'ਚ ਫਿਰਦਾ ਮੈਂ ਤੇਰੇ ਨਾਲ ਧੱਕੇ। ਮੈਂ ਕਿਹਾ ਫਿਰ ਜਿਹੜੀ ਮੈਂ ਬਹੁਤ ਖੱਜਲ ਹੋਇਆ। ਉਸ ਤੋਂ ਬਾਅਦ ਇੱਕ ਵਾਰੀ ਜਗਮੋਹਨ ਕੌਰ ਸਾਡੇ ਨਾਲ ਪਿੰਡ ਜੱਸੋ ਵਾਲੇ ਸਰਦਾਰ ਜਗਤ ਸਿੰਘ ਜੱਸੋਵਾਲ ਦਾ, ਉੱਥੇ ਲੋਹੜੀ ਦਾ ਪ੍ਰੋਗਰਾਮ ਸੀ, ਉੱਥੇ ਮੈਂ ਗਿਆ ਤੇ ਪਿੰਡ ਦੇ ਲੋਕਾਂ ਨੇ ਮੈਨੂੰ ਟਾਈਮ ਦਵਾਤਾ ਵੀ ਸਾਡੇ ਪਿੰਡ ਦਾ ਮੁੰਡਾ ਗਾਊਗਾ। ਮੈਂ ਜੋ ਸਟੇਜ ਤੇ ਗਾਇਆ ਤਾਂ ਉਹਦੇ ਜਗਮੋਹਨ ਕੌਰ ਜੀ ਕੀ ਦੀ ਸਭ ਨੂੰ ਚੰਗਾ ਲੱਗਿਆ। ਮੈਨੂੰ ਕਹਿੰਦਾ ਕਾਕਾ ਤੂੰ ਗਾਉਂਦਾ ਠੀਕ ਆ, ਸਾਡੇ ਨਾਲ ਚੱਲਿਆ ਕਰ। ਮੈਂ ਜੀ ਮੈਂ ਪੜ੍ਹਦਾ, ਐਕਚੁਅਲੀ ਮੈਨੂੰ ਗੀਤ ਲਿਖਣ ਦਾ ਸ਼ੌਕ, ਮੇਰੇ ਗੀਤ ਸੁਣੋ। ਕਹਿੰਦੇ ਕੱਲ੍ਹ ਨੂੰ ਤੁਸੀਂ ਆਏ, ਉਦੋਂ ਮੇਲਰਗੰਜ ਜੋ ਬਰਮਨ ਬਿਲਡਿੰਗ 'ਚ ਰਹਿੰਦੇ ਸੀ, ਉਹ ਪੁਰਾਣੀ ਉਸ ਵਾਲ ਦੇ ਬੈਕ ਸਾਈਡ ਉਹਨਾਂ ਦਾ ਘਰ ਸੀ। ਮੈਂ ਸਾਰੇ ਸਾਈਕਲ ਤੇ ਉੱਥੇ ਗਿਆ। ਅੱਛਾ ਜੀ। ਮੈਂ ਕਾਲਜ ਨਹੀਂ ਉਦਣ ਗਿਆ, ਮੈਂ ਸਿੱਧਾ ਉਹਨਾਂ ਦੇ ਘਰ ਗਿਆ। ਠੀਕ ਜਾ ਕੇ ਜਦੋਂ ਮੈਨੂੰ ਗੀਤ ਸੁਣਾਏ ਤੇ ਜਗਮੋਹਨ ਕੌਰ ਕਹਿੰਦੀ ਵੀ ਕਾਕਾ ਗੀਤ ਟੇਪ ਕਰ ਦੇ। ਮੈਂ ਉਹਨੂੰ ਗੀਤ ਕਰਾਤਾ ਇੱਕ, ਉਸ ਗੀਤ ਤੇਰੇ ਪਿੱਛੇ ਜੱਟੀਆਂ ਨੇ ਘਰ ਛੱਡਿਆ ਗੀਤ ਸੀ ਦੁਗਾਣਾ, ਜਿਸ ਦਿਨ ਘੋੜੀ ਕਿਹਨੇ ਚੜਾਇਆ ਭੂਤਨੀ ਦਾ, ਉਹ ਈਪੀ ਰਿਕਾਰਡ ਸੀ। ਤੇ ਉਹ 'ਚ ਮੈਂ ਉਹਨੂੰ ਗੀਤ ਦੇਤਾ। ਮੈਂ ਕਿਹਾ ਇਹਨਾਂ ਕਿਹੜਾ ਕਰਾਉਣਾ, ਪਰ ਮਹੀਨੇ ਕੇ ਬਾਅਦ ਮੈਨੂੰ ਸੁਨੇਹਾ ਗਿਆ ਵੀ ਤੇਰਾ ਗੀਤ ਹੋ ਗਿਆ। ਉਹ ਸਾਈਨ ਕਰਾਉਂਦੇ ਵੀ ਸਾਈਨ ਬੰਦਾ ਆਇਆ ਸਾਈਨ ਕਰ ਦੇ। ਅੱਛਾ ਜੀ। ਉਹ ਫਿਰ ਜੋ ਸਾਈਨ ਹੋ ਗਏ, ਫਿਰ ਜੋ ਰਿਕਾਰਡ ਆਇਆ ਉਹ ਵਿੱਚ ਮੇਰੇ ਨਾਲ ਧਨ ਦੌਲਤ ਦਾ ਪਿਆਰ ਵਿੱਚ ਝੂਠਾ ਪਿਆਰ, ਰੂਹਾਂ ਦਾ ਸੱਚਾ, ਧਾਂਦੇ ਵਾਲੇ ਸੰਦੀਲੇ ਵੇ ਮੇਰਾ ਪਿਆਰ ਨੇ ਸੱਜਣਾ ਕੱਚਾ। ਤੇ ਉਹ ਫਿਰ ਮੈਂ ਕਾਲਜ ਸੱਤ ਮੁੰਡਿਆਂ ਨੂੰ ਸੁਣਾਇਆ ਵੀ ਆ ਦੇਖੋ ਮੇਰਾ ਨਾਂ ਬੋਲਦਾ ਦੇ। ਠੀਕ। ਪਹਿਲਾਂ ਮੈਨੂੰ ਲੋਕੀ ਕਹਿੰਦੇ ਸੀ ਵੀ ਇਹ ਝੂਠ ਹੀ ਮਾਰੀ ਜਾਂਦਾ ਗੀਤ। ਉਸ ਤੋਂ ਬਾਅਦ ਫਿਰ ਜਗਮੋਹਨ ਕੌਰ ਨੇ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ, ਸ਼ਾਹਾਂ ਦਾ ਕਰਜ਼ ਬੁਰਾ, ਜਿਗਰ ਦਾ ਦਰਦ ਬੁਰਾ, ਮਾੜੀ ਜਨਾਨੀ ਹੁੰਦੀ ਭਾਬੀ ਸਭ ਦੀ, ਅੱਡੀ ਮਾਰ ਨਾ ਕਰੋ ਪੰਜੇਬ ਤੋੜ ਗਈ, ਤੇ ਚਾਲਰ ਕੁੜੀ ਨੂੰ ਬਹੁਤ ਸਾਰੇ ਗੀਤ ਕਰਾਏ। ਫਿਰ ਇੱਕ ਹੋਰ ਹਾਸੇ ਵਾਲੀ ਗੱਲ ਹੈ ਜੀ, ਇੱਕ ਵਾਰ ਫਿਰ ਮੈਨੂੰ ਕਲਾਕਾਰ ਜਾਣਨ ਲੱਗੇ, ਮਾਨਕ ਸਾਹਿਬ ਹੋਣੀ, ਸਦੀਕ ਸਾਹਿਬ ਹੋਣੀ, ਹੋਰ ਸਾਰੇ ਗੁਰਚਰਨ ਪੋਲੀ ਹੋਣੀ। ਫਿਰ ਮੈਨੂੰ ਕੋਈ ਜਾਣ ਲੱਗਿਆ ਤੇ ਉਹਨਾਂ ਦੇ ਘਰ ਮੈਂ ਘੱਟ ਜਾਣ ਲੱਗ ਗਿਆ। ਇੱਕ ਦਿਨ ਮੈਨੂੰ ਦੀਪ ਸਾਹਿਬ ਨੇ ਦੱਸਿਆ, ਕਹਿੰਦੇ ਜਗਮੋਹਨ ਕਹਿੰਦੀ ਵੀ ਦੀਪ ਉਹ ਸੰਦੀਲਾ ਨਹੀਂ ਆਉਂਦਾ, ਕਹਿੰਦਾ ਵੀ ਹੁਣ ਨਹੀਂ ਉਹਨੇ ਆਉਣਾ। ਕਹਿੰਦਾ ਸਾਲਾ ਹੁਣ ਆਪਣੇ ਆਪ ਨੂੰ ਸੈਰ ਲੁਧਿਆਣਵੀ ਸਮਝਦਾ। ਯਾਨੀ ਮੈਂ ਇਹੋ ਜਿਹੇ ਹਾਲਾਤਾਂ 'ਚ ਲੰਘਿਆ। ਅੱਛਾ ਜੀ। ਤੇ ਕਿੱਦਾਂ ਦਾ ਲੱਗਿਆ ਸੀ ਜਦੋਂ ਜਗਮੋਹਨ ਕੌਰ ਦੀ ਕੋਠੀ ਤੋਂ ਬਾਹਰ ਆ ਗਏ ਤੁਸੀਂ? ਉਸ ਤੋਂ ਬਾਅਦ ਜਗਮੋਹਨ ਕੌਰ ਨੇ ਹੀ ਤੁਹਾਡੇ ਗੀਤ ਗਾਏ, ਨਰਿੰਦਰ ਬੀਬਾ ਨੇ ਤੁਹਾਡੇ ਗੀਤ ਗਾਏ, ਕਿਵੇਂ ਦਾ ਲੱਗਿਆ? ਫਿਰ ਤਾਂ ਪੁੱਛੋ ਜਿਵੇਂ ਖੰਭ ਲੱਗ ਜਾਂਦੇ ਬੰਦੇ ਨੂੰ, ਐ ਹੋ ਗਿਆ ਜੀ। ਕਿਉਂਕਿ ਪਹਿਲਾਂ ਮੇਰੇ ਕਿਤੇ ਕੋਈ ਪਛਾਣ ਨਹੀਂ ਸੀ। ਫਿਰ ਮੈਂ ਜਿੱਥੇ ਜਾਣਾ ਮੈਨੂੰ ਥੋੜ੍ਹਾ ਅਦਬ ਸਤਿਕਾਰ ਮਿਲਣ ਲੱਗ ਗਿਆ। ਜਿੱਥੇ ਕੋਈ ਕਲਾਕਾਰ ਗਾਉਣਾ ਵਿੱਚ ਮੈਨੂੰ ਟਾਈਮ ਦੇ ਦਿਆ ਕਰਨਾ। ਉਦੋਂ ਜਾਣੀ ਇੰਨਾ ਸੀ, ਮੈਂ ਸ਼ੁਕਰਗੁਜ਼ਾਰ ਹਾਂ ਵੀ ਜਿੰਨੇ ਕਲਾਕਾਰ ਨੂੰ ਪੈਸੇ ਬੁਕਿੰਗ ਦੇ ਹੁੰਦੇ ਸੀ, ਮੈਨੂੰ ਇੱਕ ਇੱਕ ਗੀਤ 'ਤੇ ਉਹਨੇ ਪੈਸੇ ਹੋ ਜਾਂਦੇ ਸੀ। ਯਾਨੀ ਮੈਂ ਸਮਝਦਾ ਹੁੰਦਾ ਵੀ ਇਹ ਤਾਂ ਬਹੁਤ ਵਧੀਆ। ਤਾਂ ਹੀ ਜੇ ਮੈਂ ਐਮ.ਏ ਕਰਨ ਤੋਂ ਬਾਅਦ ਸਰਵਿਸ ਜੁਆਇਨ ਕੀਤੀ। ਪਰ ਫਿਰ ਮੈਂ ਇਸੇ ਲਾਈਨ 'ਚ, ਕਿਉਂਕਿ ਲੋਕਾਂ ਨੇ ਇੰਨਾ ਪਿਆਰ ਦਿੱਤਾ। ਲੋਕ ਬੜੇ ਕਲਾਕਾਰੀ 'ਚ ਬਹੁਤ ਸਟਰਗਲ ਨਾਲ ਆਉਂਦੇ ਆ, ਪਰ ਮੇਰੀ ਜਿਹੜੀ ਸਟਰਗਲ ਗੀਤਕਾਰੀ ਦੀ ਸਟਰਗਲ ਜ਼ਰੂਰ ਹੈ, ਗਾਇਕੀ ਦੀ ਨਹੀਂ। ਗਾਇਕੀ ਦੇ ਮੈਨੂੰ ਕੁਦਰਤੀ ਪਰਮਾਤਮਾ ਨੇ ਇੱਕ ਬੋਨਸ ਦਿੱਤਾ ਜੀ। ਬਹੁਤ ਸਾਰੇ ਜਿਹੜੇ ਉੱਗੇ ਗਾਇਕਾਂ ਨੇ ਤੁਹਾਡੇ ਗੀਤ ਗਾਏ ਨੇ। ਚਮਕੀਲਾ ਜੀ ਦੇ ਨਾਲ ਵੀ ਤੁਸੀਂ ਜੁੜੇ ਹੋਏ ਸੀ? ਨਹੀਂ, ਮੇਰਾ ਉਹ ਤਾਂ ਮਿੱਤਰ ਸੀ, ਛੋਟੇ ਭਰਾ ਵਰਗਾ ਸੀ। ਅਸੀਂ ਸਮਕਾਲੀ ਸੀ, ਅਸੀਂ ਕੰਪੀਟੀਟਰ ਵੀ ਸੀ। ਅੱਛਾ ਜੀ। ਤੇ ਉਹ ਗੱਲ ਇੱਦਾਂ ਵੀ ਉਹ ਐਕਚੁਅਲੀ ਉਹਦਾ ਗੋਤ ਵੀ ਸੰਦੀਲਾ ਸੀ। ਮੇਰੇ ਲਿਖੇ ਹੋਏ ਗੀਤ ਪਹਿਲਾਂ ਰਿਕਾਰਡ ਹੋ ਗਏ, ਇਸ ਕਰਕੇ ਉਹਨੇ ਆਪਦਾ ਨਾਮ ਚਮਕੀਲਾ ਰੱਖ ਲਿਆ ਡਿਸਟਿੰਕਸ਼ਨ ਵਾਸਤੇ। ਤੇ ਅਸੀਂ ਇਕੱਠੇ ਜਾਂਦੇ ਰਹੇ, ਸਟਰਗਲ ਕਰਦੇ। ਜਦੋਂ ਮੇਰੇ ਗੀਤ ਹੋ ਗਏ ਸੀ, ਉਦੋਂ ਸ਼ਿੰਦਾ ਜੀ ਦੇ ਨਾਲ ਹਾਰਮੋਨੀਅਮ ਵਜਾਉਣ ਜਾਂਦਾ ਸੀ। ਪਰ ਮੇਰੀ ਕਿਉਂਕਿ ਪਿੰਡੋਂ ਤਾਂ ਮੇਰਾ ਦੁਗਰੀ ਪਿੰਡ ਸੀ, ਮੇਰਾ ਧਾਂਦਰਾ ਸੀ। ਅਸੀਂ ਜਾਂਦੇ ਸੀ ਕਈ ਵਾਰੀ ਸਾਈਕਲ 'ਤੇ, ਮੈਨੂੰ ਪਿੰਡ ਵੀ ਛੱਡਦਾ ਰਿਹਾ ਉਹ। ਤੇ ਲਾਸਟ ਮੂਮੈਂਟ ਤੱਕ ਅਸੀਂ ਇਕੱਠੇ ਰਹੇ ਤੇ ਦਿੱਲੀ ਵੀ ਇਕੱਠੇ ਰਿਕਾਰਡਿੰਗ ਜਾਂਦੇ ਰਹੇ। ਤੁਸੀਂ ਗੀਤ ਲਿਖੇ ਨੇ ਤੇ ਗਾਏ ਵੀ ਨੇ। ਇੱਕ ਗੀਤ ਸੀਗਾ ਜਿਹੜਾ ਪੈਸੇ ਦੇ ਉੱਤੇ ਤੁਸੀਂ ਗਾਇਆ ਸੀ, ਯਾਦ ਕਰੋ, ਬੜਾ ਪਪੂਲਰ ਹੋਇਆ ਸੀ। ਹਾਂਜੀ। ਪੈਸਾ ਕਾਂ ਬਨੇਰੇ ਤੇ ਕਦੇ ਇਸ ਬਨੇਰੇ ਤੇ। ਮੈਂ ਦੋ ਗੀਤ ਸੁਣਾਉਂਗਾ ਜੀ। ਇੱਕ ਕਿੱਟੂ ਜਦੋਂ ਮੈਂ ਕਰਾਇਆ ਸੀ, ਉਹ ਬਹੁਤ ਲੋਕਾਂ ਨੇ ਪਸੰਦ ਕੀਤਾ ਸੀ। ਅੱਛਾ ਜੀ। ਪਹਿਲਾਂ ਸੀ, ਮੈਂ ਤੁਹਾਡੇ ਵਾਲਾ ਪਸੰਦ ਕਰਦਾ ਸੀ। ਇਹ ਪੈਸਾ ਕਾਗ ਬਨੇਰੇ ਦਾ, ਇਹ ਕਦੀ ਇਸ ਬਨੇਰੇ ਤੇ ਕਦੀ ਉਸ ਬਨੇਰੇ ਤੇ, ਇਹ ਬੇਵਫਾ ਮਹਿਬੂਬ ਜਹਾ, ਇਹ ਬੇਵਫਾ ਮਹਿਬੂਬ ਜਹਾ,
ਕਦੀ ਆਸ਼ਕ ਤੇਰੇ ਤੇ, ਕਦੀ ਆਸ਼ਕ ਮੇਰੇ ਤੇ, ਇਹ ਪੈਸਾ ਕਾਗ ਬਨੇਰੇ ਦਾ, ਕਦੀ ਐਸ ਬਨੇਰੇ ਤੇ, ਕਦੀ ਉਸ ਬਨੇਰੇ ਤੇ। ਇੱਕ ਜਿਹੜਾ ਮੈਂ ਦੂਜਾ ਗੀਤ ਕਹਿਣਾ, ਉਹ ਗੀਤ ਹੈ ਵੀ ਅੱਜ ਕੱਲ੍ਹ ਬਹੁਤ ਆ ਰਿਹਾ ਵੀ ਗੋਲੀ ਮਾਰੋ, ਗੋਲੀ ਸਿਰ 'ਚ ਮਾਰੋ ਗੋਲੀ, ਪਰ ਜਿਨ੍ਹਾਂ ਨੇ ਗੋਲੀਆਂ ਮਾਰੀਆਂ, ਜਿਨ੍ਹਾਂ ਦੇ ਵੱਜੀਆਂ, ਉਹਨਾਂ ਨੂੰ ਇਸ ਤਰਾਸ਼ਦੀ ਦਾ ਪਤਾ ਵੀ ਕਿੰਨਾ ਔਖਾ ਵਾ। ਉਹ 'ਚ ਇੱਕ ਗੀਤ ਸੀ, ਮੈਂ ਉਹ ਕਿੱਟੀ ਮਿਊਜ਼ਿਕ ਕਰਾਇਆ ਸੀ, ਲੋਕਾਂ ਨੇ ਪਸੰਦ ਬਹੁਤ ਕੀਤਾ। ਉਹ ਸੀ, ਵੇ ਜਦੋਂ ਤੂੰ ਤਰੀਕ ਤੇ ਜਾਣਾ, ਵੇ ਜਦੋਂ ਤੂੰ ਤਰੀਕ ਤੇ ਜਾਣਾ, ਤੇਰੀ ਸੁੱਖ ਮੈਂ ਕਲੇਸੀਆ ਵੇ, ਹਾਏ ਮੰਗਦੀ ਵੇ ਗੋਲੀਆਂ ਸੀ ਦੋ ਚੱਲੀਆਂ, ਵੇ ਗੋਲੀਆਂ ਸੀ ਦੋ ਚੱਲੀਆਂ, ਸਾਰੀ ਉਮਰ ਕਚਹਿਰੀਆਂ 'ਚ ਲੰਘ ਗਈ ਵੇ, ਗੋਲੀਆਂ ਸੀ ਦੋ ਚੱਲੀਆਂ। ਵਾਹ ਵਾਹ, ਬਹੁਤ ਪਿਆਰੀ ਤੁਹਾਡੀ ਆਵਾਜ਼ ਹੈ, ਹਲੇ ਵੀ ਬੁਲੰਦ ਹੈ ਆਵਾਜ਼ ਦੇ ਵਿੱਚ। ਮੈਨੂੰ ਕੁਝ ਨਹੀਂ ਹੋਇਆ ਜੀ, ਹਲੇ ਵੀ ਲੱਗਦਾ ਜੀ। ਅੱਜ ਵੀ ਤੁਸੀਂ ਜੇ ਦੁਬਾਰਾ ਸ਼ੁਰੂ ਕਰੋ ਗਾਣਾ ਤੇ ਮੈਨੂੰ ਲੱਗਦਾ ਮੈਂ ਬੰਦ ਨਹੀਂ ਜੀ ਕੀਤਾ, ਮੇਰਾ ਸ਼ੁਰੂ ਹੀ ਆ, ਥੋੜਾ ਘਟਿਆ ਵਾ। ਫੇਰ ਠੀਕ ਹੈ, ਇਹ ਹੌਸਲਾ ਹੋਣਾ ਚਾਹੀਦਾ। ਇੱਕ ਮੈਂ ਥਰੂ ਦੀ ਫੁਰ ਲਾਈਨ ਸੁਣਾ, ਇਹ ਹੀ ਕਰ ਦਿਆ। ਠੀਕ ਹੈ। ਉਹ ਹੈ ਵੀ ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਮੁਰਝਾ ਗਏ ਸਾਂ, ਪਰ ਸੁੱਕੇ ਨਹੀਂ ਅਸੀਂ ਨੇਰੀ ਦੇ ਵਿੱਚ ਹਿੱਲ ਗਏ ਸਾਂ, ਅਸੀਂ ਨੇਰੀ ਦੇ ਵਿੱਚ ਹਿੱਲ ਗਏ ਸਾਂ, ਕੁਝ ਹਿੱਲ ਗਏ ਸਾਂ ਗਏ ਪੁੱਟੇ ਨਹੀਂ, ਤੇਰੇ ਜਾਣ ਪਿੱਛੋਂ ਮੁਰਝਾ ਗਏ। ਇੱਕ ਅੰਤਰ ਸੁਣਨਾ, ਇਹ ਸੱਜਣਾ ਰੱਬ ਦੀਆਂ ਖੇਡਾਂ ਨੇ, ਅਸੀਂ ਬਚਦੇ ਰਹੇ ਤੂਫਾਨਾਂ ਚੋਂ, ਅਸੀਂ ਬੱਦਲਾਂ ਦੇ ਵਿੱਚ ਲਟਕ ਗਏ, ਤੁਸੀਂ ਸੁੱਟਦੇ ਰਹੇ ਅਸਮਾਨਾਂ ਚੋਂ, ਅਸੀਂ ਵਕਤ ਅੱਗੇ ਕੁਝ ਲਿਫ ਗਏ ਸਾਂ, ਕੁਝ ਲਿਫ ਗਏ ਸਾਂ, ਪਰ ਝੁਕੇ ਨਹੀਂ, ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਅਸੀਂ ਤੁਰਨਾ ਹੀ ਘੱਟ ਕਰਤਾ ਸੀ, ਘੱਟ ਤੁਰਦੇ ਸਾਂ ਪਰ ਰੁਕੇ ਨਹੀਂ, ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ। ਲਾਸਟ ਜਿਹੜਾ ਸ਼ੇਰ ਮੇਰੇ ਪਸੰਦ ਆ ਜੀ, ਜ਼ਰੂਰ। ਕਦੀ ਆਸ ਕਦੀ ਬੇਆਸ ਹੋਏ, ਕਦੀ ਦਿਲ ਨੂੰ ਆਪ ਤਰਵਾਸ ਦਿੱਤਾ, ਉਹ ਵੀ ਤਾਂ ਜ਼ਿੰਦਗੀ ਕੱਟ ਲੈਂਦੇ ਜਿਨ੍ਹਾਂ ਨੂੰ ਕਿਸੇ ਬਨਵਾਸ ਦਿੱਤਾ, ਕੱਟ ਗਏ ਨੇ ਸਾਲ ਸੰਧੀਲੇ ਦੇ, ਕੱਟ ਗਏ ਨੇ ਸਾਲ ਸੰਧੀਲੇ ਦੇ, ਕੁਝ ਘਟ ਗਏ ਨੇ ਅਜੇ ਮੁੱਕੇ ਨਹੀਂ, ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ। ਦੇਖਿਆ, ਏਦਾਂ ਹੀ ਨਹੀਂ ਕਹਿੰਦੇ ਜਸਵੰਤ ਸੰਦੀਲਾ ਜੀ, ਤੇ ਬੜਾ ਹੌਸਲਾ ਤੁਹਾਡਾ ਬੁਲੰਦ ਹੈ, ਆਵਾਜ਼ ਬਹੁਤ ਪਿਆਰੀ ਹੈ ਤੁਹਾਡੀ। ਅੱਛਾ ਸੰਦੀਲਾ ਜੀ, ਇੱਕ ਹੋਰ ਗੱਲ ਮੈਂ ਜਾਣਨਾ ਚਾਹੁੰਦੀ ਹਾਂ ਤੁਹਾਡੇ ਤੋਂ, ਜਿਵੇਂ ਕਿ ਹੁਣ ਦੇਖਿਆ ਗਿਆ ਹੈ ਕਿ ਹਿੰਦੀ ਮਿਊਜ਼ਿਕ ਨੂੰ ਨਵਾਂ ਕਰਕੇ ਲੈ ਕੇ ਆ ਰਹੇ ਹੈ, ਕਈ ਪੰਜਾਬੀ ਮਿਊਜ਼ਿਕ ਨੂੰ ਵੀ ਨਵਾਂ ਕਰਕੇ ਲੈ ਕੇ ਆ ਰਹੇ ਹੈ, ਤਾਂ ਤੁਹਾਨੂੰ ਵੀ ਮਤਲਬ ਇੱਛਾ ਕਰਦੀ ਹੈ ਕਿ ਮੇਰੇ ਮਿਊਜ਼ਿਕ ਨੂੰ ਵੀ ਨਵਾਂ ਮਿਊਜ਼ਿਕ ਦੇ ਕੇ ਲੈ ਕੇ ਆਇਆ ਜਾਵੇ? ਨਹੀਂ, ਮੈਂ ਇੱਛਾ ਹੋਣੀ ਚਾਹੀਦੀ ਆ, ਪਰ ਇੱਛਾ ਤਾਂ ਕਰਾਂ ਜੇ ਮੇਰੇ ਕੋਲ ਨਵਾਂ ਸਮਾਨ ਨਹੀਂ ਬਣੂਗਾ। ਮੇਰੇ ਕੋਲ ਨਵੇਂ ਗੀਤ ਇੰਨੇ ਹੈਗੇ ਆ ਵੀ ਮੈਂ ਕਹਿੰਦਾ ਜੇ ਰਿਕਾਰਡ ਕਰਾਂ ਤਾਂ ਉਹੀ ਨਹੀਂ ਮੁੱਕਦੇ ਜੀ। ਜੇ ਮੈਂ ਪੁਰਾਣੇ ਚੱਕ ਲਾਉਣਗੇ ਤਾਂ ਫਿਰ ਨਵਿਆਂ ਦਾ ਮੇਰਾ ਕੀ ਬਣੂਗਾ ਜੀ। ਨਹੀਂ, ਤੁਸੀਂ ਲਿਖ ਰਹੇ ਹੋ ਇਸ ਵੇਲੇ, ਗੀਤ ਤੁਹਾਡੇ ਗਾਏ ਜਾ ਰਹੇ ਨੇ, ਤੇ ਇਸ ਵੇਲੇ ਮਤਲਬ ਲਿਖਣ ਵੱਲ ਜ਼ਿਆਦਾ ਧਿਆਨ ਹੈ ਜਾਂ ਮਤਲਬ ਗਾਉਣਾ ਵੀ ਚਾਹੁੰਦੇ ਹੋ ਫਿਊਚਰ ਦੇ ਵਿੱਚ ਤੁਸੀਂ? ਨਹੀਂ, ਮੈਂ ਤਾਂ ਗਾ ਹੀ ਰਿਹਾ ਜੀ। ਐਕਚੁਅਲੀ ਇਹ ਵੀ ਹੁਣ ਨਾ ਇਹ ਜਿਹੜੀ ਲੇਟੈਸਟ ਪੋਜੀਸ਼ਨ ਇਹ ਆ ਵੀ ਜਿਹੜਾ ਦਿਖਦਾ ਉਹੀ ਵਿਕਦਾ ਜੀ, ਅਤੇ ਅੱਜ ਕੱਲ੍ਹ ਦਿਖਣ ਦੇ ਉੱਤੇ ਬਹੁਤ ਪੈਸਾ ਲੱਗ ਰਿਹਾ, ਅਤੇ ਉਹ ਸਾਰੇ ਕੰਪਨੀਆਂ ਨਾਲ ਅਟੈਚਡ ਨੇ,
ਤੇ ਉਹ ਨਵੀਆਂ ਜਿਹੜੇ ਕੰਪਨੀਆਂ ਉਹ ਨਵੇਂ ਬੰਦੇ ਨੂੰ ਤੇ ਇਨਵੈਸਟ ਕਰਦੀਆਂ ਨੇ। ਹੁਣ ਅਸੀਂ ਤਾਂ ਉਹ ਦੇਖਣਾ ਵੀ ਜਿੰਨਾ ਕੁ ਅਸੀਂ ਲਾ ਸਕਦੇ ਹਾਂ। ਫਿਰ ਅਸੀਂ ਕਹਿੰਦੇ ਵੀ ਜੋ ਅਸੀਂ ਇਸ ਲਾਈਨ 'ਚੋਂ ਬਹੁਤ ਕੁਝ ਕਮਾਇਆ, ਜ਼ਿੰਦਗੀ ਬਿਹਤਰੀਨ ਵਧੀਆ ਕੱਟੀ ਆ, ਤੇ ਹੁਣ ਅਸੀਂ ਸਿਰਫ ਦਿਖਣ ਵਾਸਤੇ ਕਰ ਰਹੇ ਹਾਂ। ਸ਼ੌਕ ਤਾਂ ਸਾਡੇ ਪੂਰੇ ਨੇ, ਹੈ ਨਾ ਜੀ। ਹੁਣ ਤਾਂ ਵੀ ਸ਼ੁਗਲ ਵੀ ਚੱਲ ਇਹ ਲੋਕਾਂ ਨੂੰ ਦਿਸਦੇ ਰਹੀਏ ਵੀ ਜਿਵੇਂ ਤੁਸੀਂ ਅੱਜ ਪਤਾ ਨਹੀਂ ਅਚਨਚੇਤ ਕਿੱਦਾਂ ਸਾਨੂੰ ਬੁਲਾ ਰਿਹਾ, ਇੱਦਾਂ ਇਹ ਹਾਲ ਹੈ ਜੀ। ਤੇ ਉਹ ਸਾਨੂੰ ਪਤਾ ਵੀ ਇਹ ਸਾਨੂੰ ਸਭ ਕੁਝ ਪਤਾ ਵੀ ਇਹ ਕੰਮ ਕਿੱਦਾਂ ਹੋ ਰਹੇ ਨੇ। ਜੇ ਅਸੀਂ ਉਹਨੇ ਪੈਸੇ ਲਾਈਏ, ਉਹਦਾ ਐਡ ਕਰੀਏ, ਅਸੀਂ ਇਹਨਾਂ ਦੇ ਵਿੱਚ ਜ਼ਰੂਰ ਜਾ ਪਾਵਾਂਗੇ। ਪਹਿਲੇ ਟਾਈਮ ਸੀਗਾ ਕਿ ਤੁਸੀਂ ਕੰਮ ਮੰਗਣ ਜਾਂਦੇ ਸੀਗੇ, ਅੱਜ ਤੁਹਾਡੇ ਕੋਲ ਪਲੇਟਫਾਰਮ ਹੈ, ਤੁਹਾਡੇ ਕੋਲ ਸੋਸ਼ਲ ਮੀਡੀਆ ਹੈ, ਤੁਸੀਂ ਉਹਦੇ ਉੱਤੇ ਹੀ ਆ ਜਾਓ ਤੇ ਮੈਂ ਤਾਂ ਕਹਿੰਦੀ ਬੱਲੇ ਬੱਲੇ ਹੋ ਜਾਏਗੀ ਸਾਡੀ। ਬੱਲੇ ਬੱਲੇ ਪਹਿਲਾਂ ਅਸੀਂ ਸਿਰਫ, ਹੁਣ ਤੇ ਸੋਸ਼ਲ ਮੀਡੀਆ ਤੋਂ ਨੇ, ਇਕੱਲੇ ਅਸੀਂ ਐਚਐਮ ਦੀਆਂ ਪੌੜੀਆਂ ਚੜ੍ਹਦੇ ਸੀ ਦਿੱਲੀ। ਉਸ ਤੋਂ ਬਾਅਦ ਰਿਕਾਰਡਿੰਗ ਕਰਾ ਕੇ ਸਾਡਾ ਕੋਈ ਕੰਮ ਨਹੀਂ ਸੀ। ਸਾਨੂੰ ਕਦੀ ਨਹੀਂ ਪੁੱਛਿਆ ਸਾਡਾ ਗੀਤ ਆ ਰਿਹਾ, ਸਾਡਾ ਰਿਕਾਰਡ ਆ ਰਿਹਾ, ਸਿਰਫ ਅਸੀਂ ਪ੍ਰੋਗਰਾਮ ਕਰਦੇ ਸੀ। ਸਾਡੇ ਕੋਲ ਪ੍ਰੋਗਰਾਮ ਮੁੱਕਦੇ ਨਹੀਂ ਸੀ। ਜਿੰਨੇ ਹੁਣ ਇੰਨੇ ਪੈਸੇ ਲਾ ਕੇ ਪ੍ਰੋਗਰਾਮ ਆ ਰਹੇ ਨਾ, ਇਸ ਤੋਂ ਬਾਅਦ ਅਸੀਂ ਮਹੀਨੇ 'ਚ 50-50 60-60 ਪ੍ਰੋਗਰਾਮ ਸਾਡੇ ਕੀਤੇ ਹੋਏ ਆ। ਜਦੋਂ ਕਹਿੰਦੇ ਨਾ ਆਪ ਵੀ ਚਮਕੀਲੇ ਦੇ ਬਹੁਤ ਸੀ ਜਿਹੜੇ ਸਾਡੇ ਸਮਕਾਲੀ ਨੇ ਜਾਂ ਉਸ ਵੇਲੇ ਸਾਡੇ ਨਾਲ ਕੰਮ ਕਰਦੇ ਆ, ਉਹਨਾਂ ਤੋਂ ਪੁੱਛੋ ਵੀ ਸਾਡੇ ਇੱਕ ਪ੍ਰੋਗਰਾਮ ਵੀ ਉਹਨਾਂ ਤੋਂ ਘੱਟ ਨਹੀਂ ਸੀ। ਉਹ ਸਾਡੇ ਦਫ਼ਤਰ ਵੀ ਨਾਲ ਸੀ, 3-4 ਕਲਾਕਾਰ ਜਿਹੜੇ ਜ਼ਿਆਦਾ ਸਦੀਕ ਸਾਹਿਬ ਉਹਨਾਂ ਤੋਂ ਬਸ ਮੈਂ, ਚਮਕੀਲਾ, 3-4 ਹੋਰ ਸੀ ਜਿਹੜੇ ਅਸੀਂ ਨਵੇਂ ਆਏ। ਅਸੀਂ ਪੂਰੀ ਸਪੀਡ ਫੜੀ ਹੋਈ ਸੀ। ਅੱਛਾ, ਉਹ ਦੌਰ ਯਾਦ ਹੈ ਜਦੋਂ ਇੱਕ ਦੋਸਤ ਨਾਲ ਦੇ ਕੱਪੜੇ ਪਾਉਂਦਾ ਹੁੰਦਾ ਸੀ, ਸੇਮ ਕੱਪੜੇ ਪਾ ਕੇ ਜਾਂਦੇ ਹੁੰਦੇ ਸੀ? ਉਹਦੀ ਮੈਂ ਰਵੀ ਦੀ ਗੱਲ ਕੀਤੀ, ਮੋਟਰਸਾਈਕਲ ਵਾਲੀ ਸੀ ਉਹ। ਹਾਂ, ਅੱਛਾ, ਉਹ ਤੁਹਾਡੇ ਨਾਲ ਗਾਣ ਵੀ ਲੱਗ ਗਏ ਸੀ ਅੱਗੇ ਜਾ ਕੇ? ਨਹੀਂ ਜੀ, ਉਹਨੂੰ ਗਾਉਣ ਦੀ ਲੋੜ ਨਹੀਂ, ਉਹ ਤਾਂ ਬਹੁਤ ਵੱਡਾ ਬਿਜ਼ਨਸਮੈਨ ਹੈ ਜੀ। ਅੱਛਾ ਜੀ। ਉਹ ਜਿਹੜੀ ਗਾਉਣ ਨੂੰ ਮੈਨੂੰ ਹੁਣ ਤੱਕ ਮੈਨੂੰ ਸਿੰਗਰ ਸਮਝਦੇ ਹੀ ਨਹੀਂ ਗਏ। ਮੈਂ ਬਥੇਰਾ ਕਹਿੰਦਾ ਵੀ ਮੈਂ ਸਿੰਗਰ ਬਣ ਗਿਆ, ਉਹ ਕਹਿੰਦੇ ਰਹਿਣ ਦੇ ਯਾਰ। ਤੇ ਆਈਡੀਆ ਕਿੱਥੋਂ ਆਇਆ ਸੀ ਹਾਂਜੀ, ਕੱਪੜੇ ਸੇਮ ਪਾ ਕੇ ਜਾਣ ਦਾ ਕਿਤੇ ਵੀ ਫੰਕਸ਼ਨ ਤੇ? ਜਾਂ ਕਈ ਵਾਰ ਇਹ ਹੁੰਦਾ ਜੀ, ਲੋਕਾਂ ਨੂੰ ਲੱਗਦਾ ਪਾ ਲੈ, ਕਈ ਵਾਰ ਮੈਂ ਤਾਂ ਝੱਗਾ ਹੀ ਚੱਕ ਲੈਂਦਾ ਸੀ। ਅੱਛਾ, ਚਲੋ ਜੀ, ਲੋਕਾਂ ਨੂੰ ਹੋਰ ਪਤਾ ਹੁੰਦਾ। ਅੱਛਾ ਜੀ, ਇਕੱਠੇ ਦੋਸਤ ਹੈਗੇ ਸੀ। ਤੇ ਅੱਜ ਦਾ 뮤직 ਤੁਸੀਂ ਸੁਣਿਆ ਹੋਣਾ? ਹਾਂਜੀ, ਬਹੁਤ ਸਾਰੇ ਅੱਛੇ ਰਾਈਟਰ ਵੀ ਹੈ, ਲਿਖ ਵੀ ਰਹੇ ਨੇ। ਹਾਂਜੀ। ਕੀ ਕੁਝ ਚੇਂਜਿੰਗ ਲੱਗਦੀ ਹੈ ਜਾਂ ਕੁਝ ਅੱਛਾ ਲੱਗਦਾ ਹੈ? ਕਿਹਨੂੰ ਪਸੰਦ ਕਰਦੇ ਹੋ ਅੱਜ ਦੇ ਟਾਈਮ ਦੇ ਵਿੱਚ? ਨਹੀਂ, ਅੱਜ ਕੱਲ੍ਹ ਸਾਰੇ ਚੰਗੇ ਕੋ। ਅੱਜ ਕੱਲ੍ਹ ਜਿਹੜਾ ਮਸ਼ੀਨੀ ਯੁੱਗ ਆ ਗਿਆ, ਅੱਗੇ ਸੀ ਮੈਨੂਅਲ ਦਿਮਾਗੀ ਤੌਰ 'ਤੇ। ਇਹ ਜਿਵੇਂ ਪੁਰਾਣੇ ਜਿਨ੍ਹਾਂ ਨੇ ਕੰਮ ਕੀਤਾ, ਪੂਜਾ ਸਾਹਿਬ ਹੋਏ, ਕਿੱਟੂ ਜੀ ਹੋਏ, ਕੁਲਜੀਤ ਜੀ ਹੋਏ, ਜਾਂ ਉਹ ਨੂਲਾ ਸਾਹਿਬ ਆਏ, ਉਦੋਂ ਰਿਕਾਰਡਿੰਗ ਦਾ ਹੁਣ ਤੇ ਤੁਸੀਂ ਉਦੋਂ ਅਸੀਂ ਗੀਤ ਸੁਣਾਏ ਜਿਵੇਂ ਹੁਣ ਬੈਠੇ ਆ, ਉਹਨਾਂ ਉਸ ਤੁਹਾਡੇ ਸਾਹਮਣੇ ਬੈਠੇ ਸਾਰਾ ਮਿਊਜ਼ਿਕ ਬਣਾਉਣਾ। ਉਸ ਵੇਲੇ ਸਾਰੇ ਇਕੱਲੇ ਨੂੰ ਪੀਸ ਡਿਵਾਈਡ ਕਰਕੇ ਦੇਣੇ ਆ। ਅੱਛਾ ਜੀ। ਹਰ ਇੱਕ ਬੰਦੇ ਨੇ 2-2 ਰਿਹਰਸਲ ਲੈ ਕੇ ਸਾਰੇ ਤਿਆਰੀ ਇੱਦਾਂ ਸਿੰਗਰ ਨੇ ਕਰਨਾ, ਸੇਮ ਸਟੇਜ ਵਾਂਗੂ ਰਿਕਾਰਡਿੰਗ ਹੋਣੀ ਆ। ਤੇ ਉਦੋਂ ਪਤਾ ਲੱਗ ਜਾਂਦਾ ਵੀ ਇਹ 'ਚ ਕਿੰਨਾ ਕੁ ਪੋਟੈਂਸ਼ੀਅਲ ਹੈ ਬੰਦੇ 'ਚੋਂ, ਕਿਉਂਕਿ ਸਾਰਾ ਕਿਤੋਂ ਨਾ ਤਾਂ ਸੁਣਿਆ ਜਾ ਸਕਦਾ। ਜੇ ਕਿਸੇ ਮਾੜੀ ਕਿਸੇ ਦਾ ਪੀਸ ਵਜਾਇਆ, ਅਗਲਾ ਕਹਿੰਦਾ ਫਲਾਣੇ ਦਾ ਪੀਸ ਵਜਾ ਰਿਹਾ ਹੈ। ਸਾਰੇ ਨਵੀਂ ਕ੍ਰੀਏਸ਼ਨ ਹੁੰਦੀ ਸੀ ਉਦੋਂ, ਜਿਹੜੀ ਨਵਾਂਪਨ ਜ਼ਿਆਦਾ ਸੀ। ਹੁਣ ਦੂਜਾ ਟੈਕਨੀਕਲੀ ਹੋ ਗਿਆ। ਟੈਕਨੀਕਲੀ ਅੱਗੇ ਗਲੇ ਵੀ ਰਿਆਜ਼ੀ ਹੁੰਦੇ ਸੀ। ਜਿਹੜਾ ਸਿੰਗਰ ਆ ਜਿਹਦੇ ਰਿਆਜ਼ ਦੀ ਗਲੇ ਦੀ ਕੁਆਲਿਟੀ ਹੈ, ਜਿਹਦਾ ਰਿਆਜ਼ ਕੀਤਾ ਅੱਡੀ ਪਤਾ ਲੱਗ ਜਾਂਦਾ ਸੀ। ਹੁਣ ਤਾਂ ਪਤਾ ਨਹੀਂ ਕਿੱਥੋਂ ਮਿਕਸਿੰਗ ਹੋ ਕੇ ਆਉਂਦੀ ਆ। ਅਗਲਾ ਕਹਿੰਦਾ ਇਹ ਕੀ ਗਾਉਂਦਾ, ਮੇਰਾ ਹੀ ਦੇਖਿਓ ਕਿਤੇ। ਹੁਣ ਪੈਸੇ ਦਾ ਯੁੱਗ ਆ, ਉਹ ਮਿਹਨਤ ਵਾਲਾ ਯੁੱਗ ਜਿਹੜਾ ਉਹ ਚਲੇ ਗਿਆ ਜੀ। ਅੱਛਾ, ਤੁਸੀਂ ਕਿਹਾ ਸੀ ਰਿਆਜ਼ ਕਰਦੇ ਸੀ ਪਰਮਿੰਦਰ ਸੰਧੂ ਦੇ ਨਾਲ, ਤੁਹਾਡੇ ਗੀਤ ਬੜੇ ਮਕਬੂਲ ਹੋਏ ਨੇ। ਹਾਂਜੀ, ਹਾਂਜੀ। ਤੇ ਕਿਵੇਂ ਰਿਆਜ਼ ਕਰਦੇ ਸੀ? ਕੋਈ ਉਸ ਵੇਲੇ ਦਾ ਵੀ ਕੋਈ ਕਿੱਸਾ ਸਾਂਝਾ ਕਰੋ? ਰਿਆਜ਼ ਤੇ ਫਿਰ ਆਪਾਂ ਹੈ ਨਾ, ਰਿਆਜ਼ ਤੁਸੀਂ ਘਰੋਂ ਕਰਦੇ ਹੋ, ਪ੍ਰੋਫੈਸ਼ਨਲ ਤੌਰ ਤੇ ਸਟੇਜ ਤੇ ਜਾਂਦੇ ਹੋ। ਅੱਛਾ ਜੀ। ਜਿਹੜੀ ਰਿਆਜ਼ ਹੁੰਦੀ, ਜਿਵੇਂ ਪਾਠ ਕਰਨਾ ਜਾਂ ਕੋਈ ਹੋਰ ਤੁਰੀ ਤਿਆਰੀ ਆ, ਉਹ ਤੁਸੀਂ ਆਪਦੇ ਘਰ ਬਹਿ ਕੇ ਕਰਦੇ ਹੋ। ਉਹ ਵਾਲਾ ਹੁੰਦਾ ਵੀ ਚੁੱਪ ਕਰ, ਜੇ ਕੋਈ ਪੜ੍ਹਦਾ ਕਿਸੇ ਪੇਪਰ ਦੀ ਤਿਆਰੀ ਕਰਦਾ, ਉਹ ਤਾਂ ਘਰ ਬਹਿ ਕੇ ਕਰੂਗਾ ਨਾ। ਬਿਲਕੁਲ। ਉਹ ਜਿੰਨੇ ਲੋਕੀ ਪੁਰਾਣੇ ਨੇ ਰਿਆਜ਼ੀ ਨੇ, ਉਹ ਉਸਤਾਦਾਂ ਕੋਲ ਗਏ, ਸਿੱਖਿਆ ਬਹਿ ਕੇ। ਉਹਨਾਂ ਦੀ ਜਿਹੜੀ ਜਦੋਂ ਮਾਈਕ ਤੇ ਹੈਲੋ ਕਹਿੰਦੇ, ਉਦੋਂ ਪਤਾ ਲੱਗ ਜਾਂਦਾ ਵੀ ਇਹ ਰਿਆਜ਼ੀ ਗਲਾ ਕਿ ਦੂਜਾ ਗਲਾ, ਜਿਨ੍ਹਾਂ ਦੇ ਜਿਹੜੇ ਇਸ ਲਾਈਨ 'ਚ ਆਏ ਹੋਏ ਨੇ। ਜਿਹੜੇ ਹੁਣ ਮਿਊਜ਼ਿਕ ਡਾਇਰੈਕਟਰ ਪੁਰਾਣੇ, ਉਹ ਵੀ ਜਦੋਂ ਜੱਜ ਕਰ ਜਾਂਦੇ ਬੰਦਾ ਕਿੰਨੇ ਪਾਣੀਆਂ 'ਚ, ਉਹ ਬਹੁਤ ਫਰਕ ਹੈ ਜੀ ਅੱਜ ਕੱਲ੍ਹ। ਅੱਛਾ, ਰਾਜ ਗੁਲਜ਼ਾਰ ਦੇ ਨਾਲ ਵਧੀਆ ਸਮਾਂ ਲੰਘਿਆ, ਪਰਮਿੰਦਰ ਸੰਧੂ ਦੇ ਨਾਲ ਲੰਘਿਆ, ਕਿਹੜੇ ਜ਼ਿਆਦਾ ਮਤਲਬ ਫੇਵਰਿਟ? ਨਹੀਂ, ਮੈਂ ਜੀ ਬਹੁਤ ਸਾਰੇ ਆਰਟਿਸਟ ਨਾਲ ਗਾਇਆ। ਅੱਛਾ ਜੀ, ਠੀਕ। ਮੈਂ ਤੇ ਇਹ ਦੇਖ ਲਓ, ਮੈਂ ਇਵਨ ਕਿ ਉੱਥੇ ਵਿਨੀਪੈਗ ਕੋਈ ਸਿੰਦਰ ਕੌਰ ਜੀ ਦੇ ਨਾਲ ਵੀ ਗੀਤ ਗਾਇਆ। ਸਭ ਤੋਂ ਪਹਿਲਾਂ ਮੈਂ ਜਗਮੋਹਨ ਕੌਰ ਜੀ ਨਾਲ ਗਾਇਆ। ਮੈਂ ਕੋਈ ਹੱਸਦੇ ਸੀ ਰਣਜੀਤ ਕੌਰ ਜੀ ਨਾਲ ਵੀ ਗਾਇਆ ਛਪਾਰ ਮੇਲੇ ਤੇ। ਤੇ ਉਹ ਸਦੀਕ ਸਾਹਿਬ ਆਖਦੇ, ਮੈਂ ਕਿਹਾ ਜੀ ਮੈਂ ਗਾ ਲਵਾਂ? ਕਹਿੰਦੇ ਬਹੁਤ ਨੀਵਾਂ ਸਕੇਲ, ਬਹੁਤ ਨੀਵਾਂ। ਮੈਂ ਕਿਹਾ ਜੀ ਮੈਂ ਲੰਬੀ ਪਾ ਕੇ ਗਾ ਲੈਂਦਾ। ਅੱਛਾ ਜੀ, ਠੀਕ ਹੈ। ਐਕਚੁਅਲੀ ਹੁੰਦਾ ਵੀ ਥੱਲੇ ਸਕੇਲ, ਜਿਹਦਾ ਰਿਆਜ਼ੀ ਗਲਾ ਉਹ ਥੱਲੇ ਬੇਸ 'ਚ ਗਾ ਸਕਦਾ। ਬਿਲਕੁਲ। ਜਿਹੜੇ ਅੱਜ ਕੱਲ੍ਹ ਜਿੰਨੇ ਮੁੰਡੇ ਗਾਉਂਦੇ, ਪੰਚ 'ਚ ਮਗਾਉਂਦੇ ਆ, ਉੱਪਰਲੀ ਆਵਾਜ਼ ਲੱਗਦੀ ਹੈ, ਹੇਠਲੀ ਲੱਗਦੀ ਨਹੀਂ ਉਹਨਾਂ ਦੀ। ਉਹ ਇਸ ਕਰਕੇ ਕਿ ਉਹਨਾਂ ਦਾ ਰਿਆਜ਼ ਹੀ ਹੈ ਨਹੀਂ। ਇੰਨੇ ਅੱਛੇ ਸਿੰਗਰਸ ਦੇ ਨਾਲ ਤੁਸੀਂ ਗਾਇਆ, ਉੱਗੀ ਗਾਇਕਾਵਾਂ ਸੀਗੀ ਪੰਜਾਬ ਦੀਆਂ, ਜ਼ਿਆਦਾ ਕਿਹਦੇ ਨਾਲ ਮਤਲਬ ਲੱਗਿਆ ਕਿ ਵਾਹ ਕੀ ਗੱਲ ਸੀ?
ਦੇਖੋ ਜਦੋਂ ਥੋੜਾ ਕੰਮ ਚੱਲਦਾ, ਜਦੋਂ ਵਧੀਆ ਹੁੰਦਾ, ਫਿਰ ਸਾਰੇ ਚੰਗੇ, ਕਿਉਂਕਿ ਤੁਹਾਡੇ ਮਟੀਰੀਅਲ ਤਿਆਰ ਹੋ ਜਾਂਦਾ, ਫਿਰ ਸਭ ਕੁਝ ਠੀਕ ਹੁੰਦਾ। ਮੇਰੇ ਖਿਆਲ ਸਾਰੇ ਹੀ ਚੰਗੇ ਸੀ ਜੀ। ਅੱਛਾ, ਇਸ ਵੇਲੇ ਨਹੀਂ ਦੱਸੋਗੇ ਸਾਨੂੰ? ਨਹੀਂ ਸਾਰੇ ਹੀ ਚੰਗੇ ਜੀ। ਅੱਛਾ, ਤੇ ਕਿਹੜੇ 뮤직 ਡਾਇਰੈਕਟਰ ਦੇ ਨਾਲ ਜ਼ਿਆਦਾ ਕੰਮ ਕਰਕੇ ਮੈਂ ਐਕਚੁਅਲੀ ਊਜਾ ਸਾਹਿਬ ਨਾਲ, ਉਦੋਂ ਊਜਾ ਸਾਹਿਬ ਐਚਏ ਵਿੱਚ ਹੁੰਦੇ ਸੀ ਅਸੀਂ 10 ਸਾਲ, ਉਦੋਂ ਉਹਨਾਂ ਨੇ ਸਾਰਿਆਂ ਨੇ ਉਹਨਾਂ ਨਾਲ ਕੰਮ ਕੀਤਾ। ਚਮਕੀਲੇ ਨੇ ਉਹਨਾਂ ਨੇ ਕੀਤਾ, ਦਦਾਰ ਸੰਧੂ ਜੀ ਨੇ ਉਹਨਾਂ ਨੇ ਕੀਤਾ, ਮਾਨਕ ਸਾਹਿਬ ਨੇ ਉਹਨਾਂ ਨੇ ਕੀਤਾ, ਸਦੀਕ ਸਾਹਿਬ ਨੇ ਉਹਨਾਂ ਨੇ ਕੀਤਾ। ਉਦੋਂ ਸਾਰੇ ਉਹੀ ਹੁੰਦੇ ਸੀ ਮੇਨ, ਜਾਂ ਨੂਲਾ ਸਾਹਿਬ ਹੁੰਦੇ ਸੀ। ਨੂਲਾ ਸਾਹਿਬ ਤੋਂ ਬਾਅਦ ਉਹ ਆ ਗਏ, ਕਿਉਂਕਿ ਹਰ ਕਲਾਕਾਰ ਦੀ ਉਦੋਂ ਹੁੰਦੇ ਸੀ ਵੀ ਉਹਨਾਂ ਨਾਲ ਕਰਨਾ। ਉਸ ਤੋਂ ਬਾਅਦ ਫਿਰ ਮੈਂ ਕਿੱਟੂ ਜੀ ਨੇ ਦੋ ਤਿੰਨ ਕੈਸਟਾਂ ਕੀਤੀਆਂ, ਲਾਲ ਕਮਲ ਨਾਲ ਕੀਤੀਆਂ, ਕੁਲਜੀਤ ਨਾਲ ਕੀਤੀਆਂ, ਹੋਰ ਬਹੁਤ ਸਾਰੇ ਆਰਟਿਸਟਾਂ ਨਾਲ ਕੀਤੀਆਂ। ਅੱਜ ਦੇ ਗੀਤਾਂ ਦੇ ਵਿੱਚ ਤੁਸੀਂ ਇਹ ਦੇਖਦੇ ਹੋਵੋਗੇ ਕਿ ਪੰਜਾਬੀ ਸੱਭਿਆਚਾਰ ਦੀ ਗੱਲ ਨਹੀਂ ਹੁੰਦੀ ਜ਼ਿਆਦਾ, ਬਹੁਤ ਸਾਰਾ ਮਾਰ ਤਾੜ, ਡਨਾਲੀ, ਕੁੜੀਆਂ, ਇਹਨਾਂ ਦੇ ਉੱਤੇ ਗੀਤ ਬਣਦੇ ਆ। ਕੁਝ ਕਹਿਣਾ ਚਾਹੋਗੇ? ਕਿਉਂਕਿ ਅਜੇ ਆਪਣੀ ਅਕਲ ਬਗਾਨੀ ਮਾਇਆ, ਹਰ ਕੋਈ ਆਖੇ ਬੜੀ ਬੜੀ। ਹੁਣ ਅਗਲੇ ਕਹਾਂਗੇ ਇਹਨਾਂ ਨੂੰ ਕੀ ਪਤਾ ਜੀ ਅਸੀਂ ਗੱਲ ਕਹੀਏ। ਪਰ ਇਹ ਹੈ ਵੀ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਪੁਰਾਣੇ ਸਾਡੇ ਸ਼ਾਇਰ ਹੋਏ ਆ, ਹਾਂਜੀ, ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਸ਼ਿਵ ਕੁਮਾਰ ਨੂੰ ਪੜ੍ਹੋ, ਜਿਵੇਂ ਸਹਿਰ ਲੁਧਿਆਣੀ ਸਾਹਿਬ ਨੂੰ ਪੜ੍ਹੋ, ਕਿਉਂਕਿ ਆਪਾਂ ਸਹਿਰ ਲੁਧਿਆਣੀ ਸਾਹਿਬ ਵੀ ਇੱਕ ਐਸੇ ਸ਼ਾਇਰ ਹੋਏ ਆ ਜਿਹੜੇ ਲੁਧਿਆਣੇ ਦੇ, ਸਾਨੂੰ ਇਸ ਚੀਜ਼ ਦਾ ਫਖਰ ਹੈ ਵੀ ਉੱਥੇ ਦੇ ਹੋਏ। ਸਾਨੂੰ ਇਹ ਵੀ ਫਖਰ ਹੈ ਮੈਂ ਉੱਥੇ ਪੜ੍ਹਿਆ ਜਿੱਥੇ ਉਹ ਕਾਲਜ ਪੜ੍ਹੇ। ਮੈਨੂੰ ਇਹ ਫਖਰ ਹੈ ਵੀ ਮੈਂ ਉਹਨਾਂ ਨੂੰ ਆਪ ਸਾਡੇ ਕਾਲਜ ਮਿਲਿਆ। ਜਦੋਂ ਕਭੀ ਕਭੀ ਫਿਲਮ ਆਈ ਆ, ਉਦੋਂ ਸਾਡੇ ਬਲਜੀਤ ਸਿੰਘ ਗਰੇਵਾਲ ਹੁੰਦੇ ਸੀ ਉਹ ਵਾਰਡਨ, ਉਹਨਾਂ ਦੀ ਕੋਠੀ ਮੂਹਰੇ ਉਹ ਖੜੇ ਸੀ ਤੇ ਬਾਹਰ ਬੱਸ ਦੀ ਗੱਡੀ ਸੀ ਖੜੀ ਤੇ ਮੈਂ ਲੰਘਿਆ ਜਾਂਦਾ ਸੀ। ਗਰੇਵਾਲ ਸਾਹਿਬ ਨੂੰ ਬੁਲਾਇਆ, ਮੈਨੂੰ ਕਹਿੰਦੇ ਸਦੀਕ ਗੱਲ ਸੁਣ। ਮੈਂ ਹਾਂਜੀ। ਕਹਿੰਦੇ ਇਹਨਾਂ ਨੂੰ ਜਾਣਦਾ? ਮੈਂ ਕਿਹਾ ਨਹੀਂ ਜੀ, ਕਿਉਂਕਿ ਉਦੋਂ ਸਕਰੀਨ ਤੇ ਤਾਂ ਆਉਂਦੇ ਨਹੀਂ ਸੀ। ਕਹਿੰਦੇ ਸਹਿਰ ਲੁਧਿਆਣੇ ਆ। ਮੈਂ ਉਹਨਾਂ ਦੇ ਪੈਰੀਂ ਹੱਥ ਲਾਇਆ ਤੇ ਉਹਨਾਂ ਨੂੰ ਕਹਿੰਦੇ ਵੀ ਕਾਕਾ ਆਪਣੇ ਕਾਲਜ ਦਾ ਮੁੰਡਾ ਇਹ ਲਿਖਦਾ ਲੁਖਦਾ। ਉਹ ਕਹਿੰਦੇ ਕੋਈ ਨਾ ਮੇਰੇ ਕੀਤੇ ਗਏ ਕਾਕਾ, ਕੋਈ ਨਹੀਂ, ਪ੍ਰਮਾਤਮਾ ਭਲੀ ਕਰੂਗਾ। ਨਾਲ ਕਹਿੰਦੇ ਇਹਨਾਂ ਨੂੰ ਜਾਣਦਾ? ਮੈਂ ਕਹਿੰਦਾ ਕਹਿੰਦਾ ਜੈਦੇਵ ਸਾਹਿਬ ਨੇ ਮਿਊਜ਼ਿਕ ਡਾਇਰੈਕਟਰ। ਅੱਛਾ ਜੀ, ਨਾਲ ਜੈਦੇਵ ਸਾਹਿਬ ਸੀ। ਹੁਣ ਸਹਿਰ ਸਾਹਿਬ ਦੇ ਉਹ ਜੋ ਲਿਖਦੇ ਸੀ, ਇੱਕ ਕਹਿੰਦੇ ਫਿਲਮ ਇੰਡਸਟਰੀ ਵਾਹਤ ਆਦਮੀ ਸੀ ਜਿਨ੍ਹਾਂ ਨੇ ਉਸ ਵੇਲੇ ਸਿੰਗਰ ਤੋਂ, ਮਿਊਜ਼ਿਕ ਡਾਇਰੈਕਟਰ ਤੋਂ ਸਾਰਿਆਂ ਤੋਂ ਵੱਧ ਪੈਸੇ ਲਏ। ਕਹਿੰਦਾ ਮੈਂ ਤਾਂ ਲਿਖੂੰਗਾ। ਹੁਣ ਕਹਿੰਦੇ ਤੁਮ ਅਗਰ ਭੂਲ ਵੀ ਜਾਓ ਤਾਂ ਹੱਕ ਹੈ ਤੁਮਕੋ, हमारी बात मेरी बात और है, मैंने तो मोहब्बत की है, किसी के दिल के में बस कर, दिल को जलाना नहीं ऐसा, चलक देकर आंखों की छुप जाना नहीं है ऐसा, उम्मीदों के खिले गुलशन को झुलसाना नहीं, तुम अगर भूल भी जाओ तो हक है, हमारी बात और है, हमने तो मोहब्बत की है। ਹੁਣ ਇਹਨਾਂ ਲਫ਼ਜ਼ਾਂ ਦਾ ਮੁੱਲ ਕੋਈ ਨਹੀਂਗਾ। ਜੇ ਤੁਸੀਂ ਇਹਨਾਂ ਨੂੰ ਪੜ੍ਹਦੇ ਹੋ, ਸੁਣਦੇ ਹੋ, ਤੇ ਤੁਹਾਡੇ ਆਟੋਮੈਟਿਕਲੀ ਜੇ ਤੁਸੀਂ ਹਲਕੀ ਗੱਲ ਕਰਦੇ ਹੋ ਤੁਹਾਨੂੰ ਲੱਗਦਾ ਮੈਂ ਕੀ ਲਿਖ ਰਿਹਾ। ਇਹ ਜਦੋਂ ਕੋਈ ਵੀ ਲਿਖ ਸਕਦਾ। ਹੁਣ ਸਫਰੀ ਸਾਹਿਬ ਦਾ ਗੀਤ ਹੈ, ਬੜੇ ਮਾਸੂਮ ਨੇ ਸਾਜਨ ਕਰਾ, ਸ਼ਰਾਰਤ ਕਰੀ ਜਾਂਦੇ ਨੇ, ਤੇਰੇਂਦੇ ਰਾਤ ਨੂੰ ਨਦੀਆਂ ਦੇ ਨੇ ਕੋਈ ਡਰੀ ਜਾਂਦੇ ਨੇ। ਉਹ 'ਚ ਇੱਕ ਸ਼ੇਰ ਹੈ, ਬੜਾ ਅਫਸੋਸ ਇਹਨਾਂ ਦੇ ਬਦਲ ਕੇ ਗੈਰ ਦੇ ਆ ਕੇ, ਤੂੰ ਵੀ ਕਰ ਹੌਸਲਾ ਸਫਰੀ, ਕਈਆਂ ਦੇ ਮਰ ਵੀ ਜਾਂਦੇ ਨੇ। ਹੁਣ ਇੱਕ ਗੁਰਦੇਵ ਸਿੰਘ ਮਾਨ ਦੇ ਗੀਤ ਬਹੁਤ ਅੱਛੇ ਸੀ। ਤੇਰੀ ਕਦਮਾਂ ਦੀ ਧੂੜ ਚੜਾਉਣੀ, ਨਿਮਾਣੀ ਨੂੰ ਅਰਸ਼ਾਂ ਚੜਾਉਣ ਨੂੰ ਜੀ ਕਰਦਾ, ਮੈਨੂੰ ਆਪਣੇ ਪਾਗਲਪਨ ਦੀ ਸਹੁੰ ਤੇਰਾ ਖਵਾਉਣ ਨੂੰ ਜੀ ਕਰਦਾ, ਜ਼ਿੰਦਗੀ ਦੀ ਪੱਧਰੀ ਰਾਹ ਤੇ ਮੈਂ ਤੁਰਦਾ ਤੁਰਦਾ ਥੱਕ ਚੱਲਿਆ, ਮੇਰੇ ਰਾਹ ਵਿੱਚ ਟੋਆ ਪੱਟ ਸੱਜਣਾ ਮੇਰੇ ਠੋਕਰ ਖਾਣ ਨੂੰ ਜੀ ਕਰਦਾ। ਜਦੋਂ ਤੁਸੀਂ ਇਹੋ ਜਿਹੇ ਲੋਕਾਂ ਨੂੰ ਪੜ੍ਹਦੇ ਹੋ ਤਾਂ ਆਪਣੇ ਆਪ ਤੁਹਾਡਾ ਮਿਆਰ ਉੱਚਾ ਹੋ ਜਾਂਦਾ। ਇਹ ਗੀਤਕਾਰ ਜਿਹੜੇ ਨੇ, ਇੱਕ ਤਾਂ ਇਹਨਾਂ ਨੇ ਮਾਫ ਕਰਨਾ, ਇਹਨਾਂ ਦੀ ਸ਼ਾਗਿਰਦੀ ਨਹੀਂ ਕਿਸੇ ਨੇ ਕੀਤੀ, ਇਹ ਕਿਸੇ ਸੰਗਤ ਨੇ ਕੀਤੀ। ਜਦੋਂ ਵੱਡੇ ਸ਼ਾਇਰਾਂ ਦੀ ਸੰਗਤ ਕਰਦੇ ਹੋ, ਬਹਿੰਦੇ ਉਹਨਾਂ ਕੋਲ, ਮੈਂ ਸਾਜਨ ਰਾਏਕੋਟੀ ਸਾਹਿਬ ਦੀ ਕੀਤੀ, ਉਹਨਾਂ ਦੇ ਮੈਂ ਜਾਂਦਾ ਹੁੰਦਾ ਸੀ ਉਹਨਾਂ ਕੋਲ ਸੁਣਨੇ। ਉਦੋਂ ਉਹ ਗੀਤ ਉਹਨਾਂ ਦੇ ਨੈਣ ਪ੍ਰੀਤੋ ਦੇ ਬਹਿ ਜਾ ਕਰਦੇ, ਨੱਕ ਦੀ ਜੜ ਪੱਟਦੀ ਪਾ ਕੇ ਲੌਂਗ ਬਗਾਨਾ, ਐਵੇਂ ਲੜਿਆ ਕਾ ਢੋਲਾ, ਬਹੁਤ ਸਾਰੇ ਗੀਤ ਉਹਨਾਂ ਦੇ। ਤੇ ਉਹ ਉਹਨੇ ਘੱਟ ਲਿਖਿਆ ਪਰ ਲਿਖਿਆ ਬਹੁਤ ਖੂਬਸੂਰਤ ਜੀ। ਉਹ ਐਕਚੁਅਲੀ ਉਰਦੂ ਦੇ ਵਿੱਚ ਲਿਖਦੇ ਸੀ ਗੀਤ ਜਿਹੜੇ ਪੰਜਾਬੀ ਦੇ। ਤੇ ਉਹ ਜਦੋਂ ਮੈਂ ਕਾਪੀ ਲੈ ਕੇ ਜਾਣਾ, ਉਹਨਾਂ ਮੈਂ ਆਪਣੇ ਸਾਹਮਣੇ ਬਹੁਤ ਵਧੀਆ ਗੀਤ ਉਹਨਾਂ ਸਾਰੇ ਐਂ ਕੱਟ ਦੇਣੇ ਲੈ ਕੇ ਬੱਚੇ ਨੂੰ। ਮੈਨੂੰ ਗੁੱਸਾ ਆਉਣਾ, ਇਹ ਉਸਤਾਦ ਪਤਾ ਨਹੀਂ ਕੀ ਦਿਮਾਗ ਇਹਦਾ। ਪਰ ਹੁਣ ਮੈਂ ਦੇਖਦਾ ਜਿਹੜੀ ਉਹ ਕਾਟੇ ਵੱਜੇ, ਉਹ ਚੰਗਾ ਹੋਇਆ। ਹੁਣ ਜਦੋਂ ਮੈਂ ਲਿਖਦਾ ਮੈਂ ਕਹਿੰਦਾ ਨਹੀਂ ਇਹ ਇਸੇ ਲਫ਼ਜ਼ ਕੋਈ ਹੋਰ ਯੂਜ਼ ਕੀਤਾ ਜਾ ਸਕਦਾ ਜੀ, ਇੱਥੇ ਗੱਲ ਕੋਈ ਹੋਰ ਕਹੀ ਜਾ ਸਕਦੀ ਸੀ। ਇਹ ਹੁਣ ਇਹ ਗੱਲਾਂ ਨਹੀਂ, ਜੇ ਕਿਸੇ ਦੇ ਨਾਲ ਪਹਿਲਾਂ ਦੇ ਕਹਿੰਦੇ ਉਸਤਾਦ ਦੀ ਲੋੜ ਹੀ ਹੈ ਨਹੀਂ ਕਿਸੇ ਦੀ, ਜਦੋਂ ਉਹ ਲੋੜ ਹੀ ਹੈ ਨਹੀਂ ਤੇ ਫਿਰ ਉਹ ਗੱਲ ਕਿਵੇਂ ਆਊਗੀ ਜੀ? ਬਿਲਕੁਲ ਸਹੀ ਗੱਲ ਕਹੀ ਤੁਸੀਂ। ਕਰਕੇ ਬਾਕੀ ਤਾਂ ਕਿਉਂਕਿ ਜਿਹਦਾ ਜੋ जीता वही सिकंदर है जी बस। सही गल तुसी किया, जो जीता वही सिकंदर। वैसे एक गल बहुत खूबसूरत तुसी कही है कि किसी न किसी ਨੂੰ ਆਪਣਾ ਗੁਰੂ ਧਾਰਨਾ ਚਾਹੀਦਾ, ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਤੇ ਤਾਂ ਹੀ ਤੁਹਾਡਾ ਮਿਆਰ ਉੱਚਾ ਹੁੰਦਾ ਹੈ। ਉਦਾਂ ਨਹੀਂ ਹੁੰਦਾ ਜੀ। ਹਾਂ, ਤੁਸੀਂ ਸਾਡੇ ਪ੍ਰੋਗਰਾਮ ਦਾ ਮਿਆਰ ਉੱਚਾ ਚੁੱਕਿਆ ਹੈ। ਤੁਸੀਂ ਇੱਥੇ ਆਏ ਹੋ, ਬਹੁਤ ਪਿਆਰੀਆਂ ਗੱਲਾਂ ਜਿਹੜੀਆਂ ਪੁਰਾਣੀਆਂ ਜੁੜੀਆਂ ਹੋਈਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਬਹੁਤ ਸਾਰੇ ਜਿਹੜੇ ਪੁਰਾਣੇ ਗਾਇਕ ਨੇ ਉਹਨਾਂ ਨੂੰ ਯਾਦ ਕੀਤਾ ਤੇ
ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਹੁਣ ਮੌਕਾ ਮਿਲਿਆ ਹੈ ਕਿ ਤੁਹਾਨੂੰ ਇੱਥੇ ਬੁਲਾਇਆ ਗਿਆ ਹੈ, ਯਾਨੀ ਚੇਤੇ ਆਇਆ ਸਾਨੂੰ। ਇਹ ਗੱਲ ਨਹੀਂ ਹੈ, ਦਿਲ ਸਾਡਾ ਪੰਜਾਬੀ, ਯਾਨੀ ਲੋਕਾਂ ਦਾ ਦਿਲ ਪੰਜਾਬੀ ਹੈ, ਇਹਦੇ ਵਿੱਚ ਪੰਜਾਬੀਅਤ ਵਸਦੀ ਹੈ। ਉਹ ਆਪਣੀ ਧਰਤੀ ਦੇ ਨਾਲ, ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਨੇ। ਤਾਂ ਹੀ ਤੁਹਾਡੇ ਵਰਗੇ ਗਾਇਕਾਂ ਨੂੰ ਅਸੀਂ ਸੱਦਾ ਦੇ ਕੇ ਉਹਨਾਂ ਦੀ ਕਹਾਣੀ ਸੁਣਨ ਵਾਸਤੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ। ਮੈਨੂੰ ਜੀ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੁਹਾਡਾ ਪ੍ਰੋਗਰਾਮ ਇੰਨੀ ਤਰੱਕੀ ਕਰੇ ਵੀ ਦੁਨੀਆ ਦੇ ਸਭ ਵੱਡੇ ਵੱਡੇ ਪ੍ਰੋਗਰਾਮ ਇਹਦੇ ਪਿੱਛੇ ਛੋਟੇ ਲੱਗਣ ਲੱਗ ਜਾਣ, ਤੇ ਸਾਰੇ ਮੇਰੇ ਵਰਗੇ ਕਲਾਕਾਰ ਸਾਰੇ ਇੱਥੇ ਆਉਣ, ਮੇਰੀ ਇਹ ਦੁਆ ਹੈ ਜੀ। ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਜਸਵੰਤ ਸੰਧੀਲਾ ਜੀ। ਥੈਂਕ ਯੂ।